ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਪੂਰੀ ਦੁਨੀਆ ਵਿੱਚ ਵਸਦੇ ਸਾਰੀ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੀਆਂ ਢੇਰ ਸਾਰੀਆਂ ਮੁਬਾਰਕਾਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੇ ਗੱਲ ਕਰੀਏ, ਉਹਨਾਂ ਦੇ ਜੀਵਨ ਦੀ ਗੱਲ ਕਰੀਏ ਤਾਂ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸੀ, ਜਿਨ੍ਹਾਂ ਹਾਲਾਤਾਂ ਦਾ ਮੁਕਾਬਲਾ ਕਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਵਿਰੋਧ ਕਰਨ ਵਾਲਿਆਂ ਨੂੰ ਵੀ ਬੜਾ ਪਿਆਰ ਤੇ ਬੜਾ ਸਤਿਕਾਰ ਦਿੱਤਾ ਤੇ ਉਹਨਾਂ ਨੂੰ ਹੀ ਉਨੀ ਸ਼ਿੱਦਤ ਦੇ ਨਾਲ ਸਮਝਾਇਆ। ਜੇ ਆਪਾਂ ਪਰਮ ਸੰਤ ਸ਼੍ਰੀ ਗੁਰਦੀਪ ਗਿਰੀ ਜੀ ਮਹਾਰਾਜ ਜੀ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਉਹ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਨੇ। ਸੰਗਤ ਵੱਲੋਂ ਉਹਨਾਂ ਨੂੰ ਬਕਾਇਦਾ ਤੌਰ ਤੇ ਇਨਵਾਈਟ ਕੀਤਾ ਜਾਂਦਾ ਹੈ, ਬੇਸ਼ੱਕ ਉਹ ਸ਼ੋਭਾ ਯਾਤਰਾ ਹੋਵੇ ਜਾਂ ਫਿਰ ਕਹਿ ਸਕਦੇ ਹਾਂ ਕਿ ਵਿਸ਼ਾਲ ਸੰਤ ਸੰਮੇਲਨ ਹੋਵੇ, ਔਰ ਜਿੱਥੇ ਬਕਾਇਦਾ ਤੌਰ ਤੇ ਪਰਮ ਸੰਤ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਹਾਜ਼ਰੀ ਲਗਾਉਂਦੇ ਨੇ, ਆਪਣੇ ਪ੍ਰਵਚਨਾਂ ਦੇ ਨਾਲ ਸੰਗਤ ਨੂੰ ਨਿਹਾਲ ਵੀ ਕਰਦੇ ਨੇ। ਕਿਉਂਕਿ ਪਰਮ ਸੰਤ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਲੈ ਕੇ ਔਰ ਉਸ ਦੀ ਵਿਆਖਿਆ ਕੀਤੀ ਜਾਂਦੀ ਹੈ। ਸੰਗਤ ਦੇ ਵੱਲੋਂ ਬੜਾ ਪਿਆਰ ਤੇ ਬੜਾ ਸਤਿਕਾਰ ਉਹਨਾਂ ਨੂੰ ਬਖਸ਼ਿਆ ਜਾਂਦਾ ਹੈ, ਉਹਨਾਂ ਨੂੰ ਦਿੱਤਾ ਜਾਂਦਾ ਹੈ। ਕਿਉਂਕਿ ਪਰਮ ਸੰਤ ਸ਼੍ਰੀ ਗੁਰਦੀਪ ਗਿਰੀ ਜੀ ਜਿਹੜੇ ਕਿ ਪਠਾਨਕੋਟ ਦੇ ਨਾਲ ਬਹੁਤ ਮਸ਼ਹੂਰ ਨੇ, ਔਰ ਉਹਨਾਂ ਦੇ ਸੇਵਕਾਂ ਦੀ ਗੱਲ ਕਰੀਏ ਤੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਸੇਵਕ ਜਿਹੜੇ ਨੇ ਉਹ ਵਸੇ ਹੋਏ ਨੇ। ਔਰ ਆਏ ਦਿਨ ਪਰਮ ਸੰਤ ਸਵਾਮੀ ਗੁਰਦੀਪ ਗਿਰੀ ਜੀ ਆਪਣੇ ਸੇਵਕਾਂ ਦੇ ਕੋਲ ਫੋਰਨ ਕੰਟਰੀ ਵਿੱਚ ਵੀ ਜਾਂਦੇ ਨੇ, ਔਰ ਹੁਣ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਵੀ ਪੂਰੀ ਦੁਨੀਆ ਤੋਂ ਸੰਗਤ ਜਿਹੜੀ ਹੈ ਉਹ ਪਠਾਨਕੋਟ ਵੀ ਆਏਗੀ। ਜੰਮੂ ਕਸ਼ਮੀਰ ਜਿੱਥੇ ਜਿੱਥੇ ਪਰਮ ਸੰਤ ਸਵਾਮੀ ਗੁਰਦੀਪ ਗਿਰੀ ਮਹਾਰਾਜ ਜੀ ਦੇ ਸਥਾਨ ਵਸਾਏ ਹੋਏ ਨੇ, ਉੱਥੇ ਉੱਥੇ ਬਕਾਇਦਾ ਤੌਰ ਤੇ ਸੰਗਤ ਵੱਲੋਂ ਬੜੇ ਅਨੁਸ਼ਾਸਨ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਜਿਹੜਾ ਉਹ ਲਿੱਤਾ ਜਾ ਰਿਹਾ। ਸੋ ਅੱਜ ਪੂਰੇ ਸੰਸਾਰ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸੈਲੀਬ੍ਰੇਟ ਕਰਨ ਵਾਸਤੇ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਇਲਾਕੇ ਦੇ ਵਿੱਚ, ਔਰ ਸੰਤ ਸੰਮੇਲਨ ਕੀਤੇ ਜਾ ਰਹੇ ਨੇ, ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਨੇ। ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਦਿਨ ਜਿਹੜੇ ਨੇ ਉਹ ਪੂਰੀ ਤਰ੍ਹਾਂ ਸੰਗਤ ਦੇ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਦਿਨ ਨੇ। ਮੈਂ ਦੱਸਣਾ ਚਾਹੁੰਦਾ ਕਿ ਪਰਮ ਸੰਤ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਦਿਨ ਰਾਤ ਇੱਕ ਕਰ ਰਹੇ ਨੇ, ਆਪਣੀ ਸੰਗਤ ਤੱਕ ਪਹੁੰਚ ਰਹੇ ਨੇ। ਜਿੱਥੇ ਜਿੱਥੇ ਵੀ ਸੰਗਤ ਉਹਨਾਂ ਨੂੰ ਇਨਵਾਈਟ ਕਰਦੀ ਹੈ, ਪਿਆਰ ਦੇ ਨਾਲ ਸੱਦਾ ਪੱਤਰ ਭੇਜਦੇ ਨੇ, ਔਰ ਪਰਮ ਸੰਤ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਬਕਾਇਦਾ ਤੌਰ ਤੇ ਆਪਣੀ ਸੰਗਤ ਦੇ ਅੱਧ ਬੋਲ ਤੇ ਉੱਥੇ ਪਹੁੰਚਦੇ ਨੇ, ਔਰ ਸੰਗਤ ਵੱਲੋਂ ਜੋ ਉਹਨਾਂ ਨੂੰ ਪਿਆਰ ਸਤਿਕਾਰ ਦਿੱਤਾ ਜਾਂਦਾ ਹੈ, ਸੱਚਮੁੱਚ ਉਸ ਦੀਆਂ ਵੀਡੀਓਜ਼ ਜਦੋਂ ਆਪਾਂ ਵੇਖਦੇ ਹਾਂ ਤੇ ਬਾ ਕਮਾਲ ਹੁੰਦੀਆਂ ਨੇ। ਮੈਂ ਇੱਥੇ ਦੱਸ ਦਿਆਂ ਕਿ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਸਤੇ ਸੰਗਤਾਂ ਨੂੰ ਇੱਕ ਅਪੀਲ ਕੀਤੀ ਗਈ ਹੈ, ਔਰ ਇਹ ਅਪੀਲ ਡਾਕਟਰ ਸੋਮਾ ਅਤਰੀ ਜੀ ਜਿਹੜੇ ਕਿ ਪਠਾਨਕੋਟ ਵਿਖੇ ਬਤੌਰ ਜਨਰਲ ਸਕੱਤਰ ਆਪਣੀਆਂ ਸੇਵਾਵਾਂ ਦੇ ਰਹੇ ਨੇ, ਉਹਨਾਂ ਨੇ ਕਿਸ ਤਰ੍ਹਾਂ ਦੀ ਅਪੀਲ ਕੀਤੀ ਹੈ, ਇੱਕ ਇੱਕ ਗੱਲ ਸੁਣਨੇ ਵਾਲੀ ਹੈ। ਆਪਾਂ ਮਾਰਦੇ ਆ ਪੂਰੀ ਵੀਡੀਓ ਤੇ ਇੱਕ ਨਜ਼ਰ। जुड़े रहो पोसूनामा चैनल दे नाल। सभी को जय गुरुदेव, जय श्री गुरु रविदास जी। गुरु प्यारी साध संगत जी, जैसा कि आप सभी जानते हो, 1 फरवरी 2026 को सतगुरु रविदास महाराज जी का 649वां प्रकाश उत्सव आ रहा है और उसके संबंध में प्रभात फेरियां निकाली जा रही है और शोभा यात्राओं का आयोजन किया जा रहा है। हर घर, हर गली, हर बाजार में, हर गांव में, हर शहर में ये आयोजन किए जा रहे हैं और बहुत सारे श्रद्धालु बड़े ही उत्साह और उमंग से सुबह प्रभात फेरियां निकालते हैं। जगह जगह शोभा यात्राओं का आरंभ हो चुका है, पर इसके साथ साथ हमें कुछ बातों का ध्यान भी रखना है। जब हम शोभा यात्रा निकालते हैं, प्रभात फेरी निकालते हैं या सतगुरु रविदास महाराज जी के प्रकाश उत्सव का आयोजन करेंगे, तब बहुत सारी भीड़ होती है। श्रद्धालु एक साथ जब लंगर खाने के लिए जाते हैं या एक साथ हम शोभा यात्रा का हिस्सा बनते हैं, तो वहां पे कुछ ऐसे जेब कतरे या चोरी करने वाले लोग घुस जाते हैं, जिनके कारण श्रद्धालुओं का बहुत सारा नुकसान हो जाता है। पैसे का नुकसान तो होता ही होता है, साथ में उनके जरूरी डॉक्यूमेंट्स होते हैं जो मिलते नहीं और उसके लिए बहुत सारी परेशानियों का सामना करना पड़ता है। अतः हम सब ने भीड़ के बीच में चलते हुए, शोभा यात्रा में चलते हुए इस बात का ध्यान रखना है
कि अपनी जेब भी देखें और आसपास जो श्रद्धालु हैं उनकी रक्षा के लिए भी हम कोशिश करें। दूसरा, जब हम शोभा यात्रा में शामिल होते हैं, जो भी श्री गुरु रविदास सभा इसमें भाग लेगी, पहली तो बात ये है कि शोभा यात्रा में जो भी झांकी प्रस्तुत की जाए वे सतगुरु रविदास महाराज जी के जीवन से संबंधित होनी चाहिए और उसको बनाते समय, उसको सजाते समय हमने बहुत ही तरीके से उसको सजाना है ताकि लगे कि सतगुरु रविदास महाराज जी के कौन से प्रसंग को प्रस्तुत किया गया है। इसके अतिरिक्त जब हम शोभा यात्रा में जाते जाते गुरु जी की महिमा गाते हैं, बहुत अच्छी बात है। सतगुरु जी की वाणी को घर घर पहुंचाने का काम किया जा रहा है और गुरु जी की वाणी एक ऐसी सशक्त वाणी है जिसके माध्यम से हम अपने जीवन को सफल बना सकते हैं, समाज को समृद्ध कर सकते हैं, समाज को नशे से रहित कर सकते हैं और बहुत सारा एजुकेशन देकर, शिक्षा देकर, उसका संदेश पहुंचाकर संगठित कर सकते हैं। लेकिन बीच में हमारे कुछ ऐसे गीत संगीत शब्द बोले जाते हैं जो शोभा नहीं देते, जिसमें सतगुरु की महिमा नहीं बल्कि हमें कुछ अपनापन, अहम का एहसास दिलाते हैं। तो शोभा यात्रा में जाते समय हमने इस बात का ध्यान रखना है कि केवल सतगुरु रविदास महाराज जी की वाणी के द्वारा उनकी महिमा गाई जाए। इसके अतिरिक्त हम देखते हैं कि बहुत सारी जो श्री गुरु रविदास सभाएं हैं अपने गांव में प्रभात फेरियां निकालती हैं, शोभा यात्राएं निकालती हैं। तो डेरा स्वामी जगतगिरी आश्रम की ओर से ये जो शोभा यात्रा है वो 30 जनवरी को निकल रही है और ये जो शोभा यात्रा है इसमें विशाल रूप में सभी श्री गुरु रविदास सभाएं भाग लेती हैं और सभी श्री गुरु रविदास सभाएं इसमें सादर आमंत्रित हैं और साथ ही इन सभी बातों का उन श्रद्धालुओं ने भी ध्यान रखना है कि वे अपने जेबों को बचाएं। इसके अतिरिक्त कुछ इस प्रकार का कोई भी गीत संगीत ना गाएं जो समाज को अच्छा मैसेज ना दे या अच्छा ना लगे। इसके अतिरिक्त अपनी झांकियों को अच्छी तरह से जाके लाना है और जो भी झांकी पहले, दूसरे, तीसरे स्थान पर रहेगी उसको पुरस्कृत किया जाएगा। इसके अतिरिक्त सभी ने कोशिश करनी है कि अपने अपनी यूनिफॉर्म में आए। हर श्री गुरु रविदास सभा अपनी यूनिफॉर्म बनाए और उस यूनिफॉर्म में ही अपने शोभा यात्रा का हिस्सा बने। इसके अतिरिक्त हमारे पास कुछ महिलाएं हैं जो अपने स्कूटर के माध्यम से सबसे आगे लगेंगी और वो पूरी शोभा यात्रा को एक एडवांस पार्टी के रूप में आगे लेकर जाएगी। जो संदेश होगा कि सतगुरु रविदास महाराज जी ने महिला सशक्तिकरण पे भी बहुत जोर दिया है। उन्होंने सबसे पहले मीराबाई जी और झाला भाई जी को नाम की दीक्षा दी थी, तो ये मैसेज घर घर पहुंचना चाहिए। 1 फरवरी को सतगुरु रविदास महाराज जी का प्रकाश उत्सव स्वामी जगतगिरी आश्रम में आयोजित किया जाएगा। उसके लिए भी आप सादर आमंत्रित हो। इसलिए सभी को इन सावधानियों को ध्यान में रखते हुए शोभा यात्रा का हिस्सा बनना है। सभी को जय गुरुदेव, जय श्री गुरु रविदास जी। प्रभात फेरियां और शोभा यात्राओं के लिए, प्रकाश उत्सव के लिए सभी को हार्दिक शुभकामनाएं।